ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਾ ਪਾਤਸ਼ਾਹ, ਮਿਹਰ ਕਰੋ, ਕਿਰਪਾ ਕਰੋ। ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਬਾਣੀ ਜਪਜੀ ਸਾਹਿਬ ਜੀ ਦਾ ਪਾਠ, ਇਹ ਜਿੰਨਾ ਕੀਤਾ ਜਾਏ ਓਨਾ ਹੀ ਇਹਦਾ ਬਹੁਤ ਵੱਡਾ ਫਲ ਮਿਲਦਾ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਬਾਣੀ ਆ, ਇਹਨੂੰ ਹਰ ਗੁਰਸਿੱਖ ਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ ਆ। ਜਿੰਨੀ ਵੀ ਸੰਗਤ ਗੁਰੂ ਨਾਨਕ ਨਾਮ ਲਿਆ ਹੈਗੀ ਆ, ਇਹ ਪਾਠ ਜ਼ਰੂਰ ਕਰਨ। ਅਗਰ ਇਹਦੀ ਤਾਕਤ, ਇਹਦੇ ਚਮਤਕਾਰ ਦੇਖਣੇ ਆ ਤੇ ਆਪ ਜੀ ਪਾਠ ਕਰੋ। ਜੋ ਛੋਟੀ ਜੀ ਸਾਖੀ ਜਾਂ ਕਹਾਣੀ ਹੈ ਨੂੰ ਮਿਲੇਗਾ। ਆਪ ਜੀ ਇਹਨੂੰ ਜ਼ਰੂਰ ਸੁਣੋ। ਆਪ ਜੀ ਦਾ ਹੋਰ ਵੀ ਜ਼ਿਆਦਾ ਇਸ ਪਾਠ ਉੱਤੇ ਵਿਸ਼ਵਾਸ ਵੱਧ ਜਾਏਗਾ। ਇਸ ਤਰ੍ਹਾਂ ਇੱਕ ਪਰਿਵਾਰ ਰਹਿੰਦਾ ਸੀਗਾ, ਬਹੁਤ ਹੀ ਨਾਮ ਬਾਣੀ ਨਾਲ ਜੁੜਿਆ ਹੋਇਆ ਸੀਗਾ। ਹਮੇਸ਼ਾ ਘਰ ਦੇ ਬਜ਼ੁਰਗ, ਬੱਚੇ, ਬੁੱਢੇ ਸਾਰੇ ਹੀ ਨਾਮ ਬਾਣੀ ਨਾਲ ਜੁੜੇ ਹੋਏ ਸੀਗੇ। ਜਦ ਵੀ ਟਾਈਮ ਮਿਲਦਾ ਉਹ ਗੁਟਕਾ ਲੈ ਕੇ ਬੈਠ ਜਾਂਦੇ ਅਤੇ ਪਾਠ ਕਰਦੇ। ਇਸ ਤਰ੍ਹਾਂ ਸਾਰੇ ਹੀ ਪਰਿਵਾਰ ਨੂੰ ਪਾਠ 'ਚ ਬਹੁਤ ਹੀ ਮਨ ਲੱਗਿਆ ਹੋਇਆ ਸੀਗਾ ਅਤੇ ਰੱਬ ਦੀ ਕਿਰਪਾ ਵੀ ਬਹੁਤ ਸੀਗੀ। ਪਰ ਉਹ ਪਾਠ ਵੀ ਬਹੁਤ ਕਰਦੇ ਸੀਗੇ। ਉਹਨਾਂ ਦੇ ਛੋਟੇ ਬੱਚੇ ਵੀ ਪਾਠ ਨਾਲ ਜੁੜੇ ਹੋਏ ਸੀਗੇ। ਬਜ਼ੁਰਗਾਂ ਨੇ ਤਾਂ ਕਰਨਾ ਹੀ ਹੈ। ਬੱਚਿਆਂ ਨੂੰ ਵੀ ਪਾਠ ਦਾ ਬਹੁਤ ਚਾਅ ਸੀਗਾ। ਬਹੁਤ ਹੀ ਖੁਸ਼ ਹੋ ਕੇ ਉਹ ਪਾਠ ਕਰਦੇ ਸੀਗੇ। ਇਹਨਾਂ ਦੇ ਘਰ ਦੇ ਨਾਲ ਹੀ ਇੱਕ ਸਹਿਜਧਾਰੀ ਪਰਿਵਾਰ ਰਹਿੰਦਾ ਸੀਗਾ। ਉਹਨਾਂ ਦੇ ਬੱਚੇ ਵੀ ਇਹਨਾਂ ਦੇ ਘਰ ਬਹੁਤ ਆਉਂਦੇ ਜਾਂਦੇ ਸੀਗੇ। ਉਹਨਾਂ ਦੀ ਬੇਟੀ ਜਦੋਂ ਵੀ ਦੇਖਦੀ ਪਾਠ ਕਰਦੇ ਹੋਏ ਬੇਬੇ ਜੀ ਨੂੰ, ਅਤੇ ਇੱਕ ਦਿਨ ਕਹਿਣ ਲੱਗੀ, ਬੇਬੇ ਜੀ ਇਹ ਤੁਸੀਂ ਕਿਹੜਾ ਪਾਠ ਕਰਦੇ ਹੋ? ਅਤੇ ਉਹਨੇ ਕਿਹਾ, ਮੈਂ ਇਹ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਹਾਂ ਬੇਟਾ। ਕਹਿਣ ਲੱਗੀ, ਬੇਬੇ ਜੀ ਕੀ ਤੁਸੀਂ ਆਪ ਜੀ ਮੈਨੂੰ ਇਹ ਪਾਠ ਸਿਖਾ ਦਿਓਗੇ? ਬੇਬੇ ਜੀ ਬਹੁਤ ਹੀ ਪ੍ਰਸੰਨ ਹੋਈ। ਕਹਿਣ ਲੱਗੀ, ਪੁੱਤਰ ਮੈਂ ਆਪ ਜੀ ਨੂੰ ਇਹ ਪਾਠ ਜ਼ਰੂਰ ਸਿਖਾ ਦਾਂਗੀ, ਆਪ ਜੀ ਵੀ ਇਹ ਪਾਠ ਕਰਿਆ ਕਰੋ। ਇਸੇ ਤਰ੍ਹਾਂ ਉਹ ਬੱਚੀ ਰੋਜ਼ ਹੀ ਆ ਜਾਂਦੀ ਅਤੇ ਪਾਠ ਕਰਨ ਲੱਗ ਗਈ। ਇੱਕ ਦਿਨ ਇਸ ਤਰ੍ਹਾਂ ਦਾ ਆਇਆ ਕਿ ਉਹ ਪਾਠ ਬਹੁਤ ਹੀ ਨਿਪੁੰਨ ਹੋ ਗਈ ਅਤੇ ਉਹ ਪਾਠ ਉਹਨੂੰ ਮੂੰਹ ਜ਼ੁਬਾਨੀ ਵੀ ਯਾਦ ਹੋ ਗਿਆ ਜਪਜੀ ਸਾਹਿਬ ਜੀ ਦਾ। ਉਹ ਹਮੇਸ਼ਾ ਪਾਠ ਕਰਦੀ ਰਹਿੰਦੀ। ਜਦ ਉਹਨੇ ਬੇਬੇ ਜੀ ਕੋਲ ਪੁੱਛਿਆ ਕਿ ਪਾਠ ਕਰਨਾ ਕੀ ਮਿਲਦਾ ਆ, ਬੇਬੇ ਜੀ ਨੇ ਕਿਹਾ, ਬੇਟਾ ਜੀ ਤੁਸੀਂ ਜੋ ਮੰਗੋਗੇ ਉਹ ਹੀ ਤੁਹਾਨੂੰ ਮਿਲੇਗਾ। ਇਹ ਬਾਬਾ ਜੀ ਬਹੁਤ ਹੀ ਕਿਰਪਾ ਕਰਦੇ ਆ। ਪਾਠ ਕਰਨ 'ਚ ਬਹੁਤ ਸ਼ਕਤੀ ਹੈ। ਪਾਠ ਕਰੋ, ਨਿਤਨੇਮ ਕਰੋ ਅਤੇ ਆਪ ਜੋ ਇਸ ਕੋ ਮੰਗੋਗੇ ਉਹੀ ਮਿਲੇਗਾ। ਉਹ ਬੇਟੀ ਨਿਤਨੇਮ ਨਾਲ ਜੁੜ ਗਈ, ਰੋਜ਼ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਗਈ। ਉਹਨਾਂ ਦੇ ਘਰਦਿਆਂ ਨੇ ਵੀ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ, ਪਰ ਉਹ ਵੀ ਪਾਠ ਨਾਲ ਜੁੜੀ ਰਹੀ। ਇਸ ਤਰ੍ਹਾਂ ਹੀ ਟਾਈਮ ਨਿਕਲਦਾ ਗਿਆ। ਬੱਚੀ ਵੱਡੀ ਹੋ ਗਈ ਅਤੇ ਉਹਦਾ ਵਿਆਹ ਹੋ ਗਿਆ ਅਤੇ ਆਪਣੀ ਉਹ ਸਹੁਰੇ ਘਰ ਚਲੀ ਗਈ। ਉੱਥੇ ਜਾ ਕੇ ਵੀ ਉਹ ਆਪਣਾ ਪਾਠ ਨਹੀਂ ਛੱਡਿਆ ਉਹਨੇ। ਉਹ ਹਮੇਸ਼ਾ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਰਹਿੰਦੀ ਅਤੇ ਬਹੁਤ ਹੀ ਪ੍ਰਸੰਨ ਰਹਿੰਦੀ। ਉਹਨਾਂ ਦੇ ਘਰ 'ਚ ਵੀ ਬਹੁਤ ਹੀ ਬਰਕਤ ਹੋ ਗਈ। ਉਹਨਾਂ ਦੇ ਘਰ 'ਚ ਜਿਹੜਾ ਪਹਿਲਾਂ ਕਲੇਸ਼ ਹੁੰਦਾ ਸੀ ਉਹ ਵੀ ਸਾਰਾ ਖਤਮ ਹੋ ਗਿਆ ਅਤੇ ਬਹੁਤ ਹੀ ਚੰਗਾ ਜੀਵਨ ਬਤੀਤ ਕਰ ਰਹੇ ਸੀਗੇ। ਕੰਮਕਾਰ ਵੀ ਉਹਨਾਂ ਦਾ ਅੱਗੇ ਤੋਂ ਵੱਧ ਗਿਆ। ਉਹ ਪਰਿਵਾਰ ਬਹੁਤ ਹੀ ਖੁਸ਼ ਸੀਗਾ ਕਿ ਜਦ ਦੀ ਇਹ ਸਾਡੀ ਬਹੂ ਆਈ ਹੈ ਤਦ ਦਾ ਸਾਡੇ ਘਰ 'ਚ ਬਹੁਤ ਹੀ ਚੰਗਾ ਮਾਹੌਲ ਹੋ ਗਿਆ ਆ ਅਤੇ ਕੰਮਕਾਰ ਵੀ ਸਾਡੇ ਚੰਗੇ ਚੱਲ ਪਏ ਆ। ਉਹ ਵੀ ਉਹਦੇ ਕੋਲ ਬਹੁਤ ਖੁਸ਼ ਸੀਗੇ। ਪਰ ਕੁਝ ਪੜੋਸੀ ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲੱਗ ਰਿਹਾ ਸੀਗਾ ਕਿ ਪਹਿਲਾਂ ਇਹਨਾਂ ਦੇ ਘਰ 'ਚ ਰੋਜ਼ ਕਲੇਸ਼ ਹੁੰਦਾ ਰਹਿੰਦਾ ਸੀਗਾ, ਰੋਜ਼ ਲੜਾਈ ਝਗੜੇ ਹੁੰਦੇ ਰਹਿੰਦੇ ਸੀਗੇ, ਪਰ ਜਦ ਦੀ ਇਹਨਾਂ ਦੇ ਘਰ ਇਹ ਬਹੂ ਆਈ ਹੈ ਤਦ ਦੀ ਇਹਨਾਂ ਦੇ ਘਰ 'ਚ ਕੋਈ ਲੜਾਈ ਨਹੀਂ, ਕੋਈ ਕਲੇਸ਼ ਨਹੀਂ, ਕੋਈ ਕੁਛ ਨਹੀਂ, ਔਰ ਬੜੀ ਸ਼ਾਂਤੀ ਹੋ ਗਈ ਹੈ। ਹੁਣ ਇਹ ਬਹੂ ਆਉਣ ਨਾਲ ਪਤਾ ਨਹੀਂ ਕੀ ਹੋ ਗਿਆ ਹੈ, ਜਿਹੜੀ ਇਹਨਾਂ ਦੇ ਘਰ 'ਚ ਇੰਨੀ ਸ਼ਾਂਤੀ ਹੋ ਗਈ ਹੈ। ਉਹ ਅੰਦਰੋਂ ਬਹੁਤ ਹੀ ਈਰਖਾ ਕਰ ਰਹੇ ਸੀਗੇ ਅਤੇ ਸੋਚ ਰਹੇ ਸੀਗੇ ਕਿ ਇਹ ਕਿਸ ਤਰ੍ਹਾਂ ਹੋ ਗਿਆ ਹੈ। ਇੱਕ ਦਿਨ ਪੜੋਸ ਦੇ ਘਰ 'ਚ ਪੰਡਿਤ ਜੀ ਆਏ। ਉਹਨਾਂ ਨੇ ਪੂਜਾ ਪਾਠ ਕਰਵਾਇਆ ਉਹਦੇ ਕੋਲੋਂ ਅਤੇ ਪੰਡਿਤ ਜੀ ਪੁੱਛਣ ਲੱਗੇ ਕਿ ਇਹ ਪੜੋਸੀਆਂ ਨੇ ਬਹੁਤ ਦਿਨ ਹੋ ਗਿਆ ਮੈਨੂੰ ਸੱਦਿਆ ਨਹੀਂ ਹੈ ਪਾਠ ਪੂਜਾ ਵਾਸਤੇ। ਤਾਂ ਪਰਿਵਾਰ ਕਹਿਣ ਲੱਗਿਆ ਕਿ ਇਹਨਾਂ ਦੇ ਘਰ ਜਦ ਦੀ ਬਹੂ ਆਈ ਹੈ ਤਦ ਦੀ ਬਹੁਤ ਸੁੱਖ ਸ਼ਾਂਤੀ ਹੋ ਗਈ ਹੈ ਅਤੇ ਇਹ ਬਹੁਤ ਹੀ ਅਮਨ ਚੈਨ ਹੋ ਗਿਆ ਆ। ਇਹਨਾਂ ਦੇ ਕੰਮਕਾਰ ਵੀ ਬਹੁਤ ਚੱਲ ਪਏ ਹੈਗੇ ਆ ਅਤੇ ਇਸ ਵਾਸਤੇ ਇਹ ਹੁਣ ਤੈਨੂੰ ਪੰਡਿਤ ਜੀ ਨਹੀਂ ਬੁਲਾਉਂਦੇ। ਪੰਡਿਤ ਜੀ ਸੋਚਣ ਲੱਗਾ ਕਿ ਮੈਨੂੰ ਕਿਉਂ ਨਹੀਂ ਬੁਲਾਉਂਦੇ ਹੈਗੇ, ਮੈਨੂੰ ਜ਼ਰੂਰ ਇਹਨਾਂ ਦੇ ਘਰ ਵੀ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਹੈਗਾ ਆ। ਉਸ ਬਹੂ ਦੇ ਵੱਡੇ ਬਜ਼ੁਰਗ ਵੀ ਉਹਨਾਂ ਦੇ ਘਰ ਆਏ ਹੋਏ ਸੀਗੇ ਅਤੇ ਪੰਡਿਤ ਜੀ ਉਹਨਾਂ ਨੂੰ ਕਹਿਣ ਲੱਗੇ, ਬਹੁਤ ਦਿਨ ਹੋ ਗਏ ਆ, ਤੁਸੀਂ ਸਾਨੂੰ ਬੁਲਾਇਆ ਨਹੀਂ ਹੈਗਾ, ਯਾਦ ਨਹੀਂ ਕੀਤਾ ਹੈਗਾ, ਸਾਡੇ ਕੋਲ ਕੋਈ ਪੂਜਾ ਪਾਠ ਨਹੀਂ ਕਰਾਈ ਹੈਗੀ,
ਕੀ ਗੱਲ ਹੈਗੀ ਆ। ਉਹ ਕਹਿਣ ਲੱਗੇ, ਪੰਡਤ ਜੀ ਅਸੀਂ ਤੁਹਾਨੂੰ ਜਲਦੀ ਬੁਲਾਵਾਂਗੇ, ਪਰ ਸਾਨੂੰ ਹੁਣ ਕੋਈ ਜ਼ਰੂਰਤ ਨਹੀਂ ਰਹਿ ਗਈ ਹੈਗੀ। ਸਾਡੇ ਘਰ 'ਚ ਬਹੁਤ ਸੁੱਖ ਸ਼ਾਂਤੀ ਹੈ, ਕੰਮਕਾਰ ਵੀ ਵਧੀਆ ਚੱਲਦੇ ਪਏ ਆ। ਫਿਰ ਵੀ ਪੰਡਤ ਕਹਿਣ ਲੱਗਾ, ਸੁੱਖ ਸ਼ਾਂਤੀ ਵਾਸਤੇ ਤੁਸੀਂ ਪੂਜਾ ਹੀ ਕਰਵਾ ਲਵੋ। ਉਹਨਾਂ ਨੇ ਕਿਹਾ, ਠੀਕ ਹੈ ਪੰਡਤ ਜੀ, ਤੁਸੀਂ ਆ ਜਾਣਾ। ਉਹਨਾਂ ਨੇ ਪੰਡਤ ਜੀ ਆਉਣ ਜੀ ਦੀ ਤਿਆਰੀ ਕੀਤੀ, ਆਪਣੇ ਘਰ ਭੋਜਨ ਬਣਾਇਆ, ਜੋ ਵੀ ਵਸਤੂਆਂ ਖਾਣ ਪੀਣ ਦੀਆਂ ਸੀ ਬਣਾਈਆਂ ਉਹਨਾਂ ਨੇ। ਉਹ ਬਹੂ ਨੇ ਬੜੇ ਹੀ ਚਾਅ ਨਾਲ ਪਾਠ ਕਰਦੇ ਹੋਏ ਸਾਰਾ ਹੀ ਭੋਜਨ ਪਦਾਰਥ ਬਣਾਇਆ। ਪੰਡਤ ਜੀ ਆਪਣੇ ਟਾਈਮ 'ਤੇ ਆ ਗਏ, ਲੇਕਿਨ ਆਪਣੇ ਨਾਲ ਉਹ 8-10 ਪੰਡਤ ਹੋਰ ਲੈ ਆਏ। ਇਹ ਪਰਿਵਾਰ ਦੇਖ ਕੇ ਬੜਾ ਹੀ ਅਚੰਭਿਤ ਹੋਇਆ ਕਿ ਪੰਡਤ ਜੀ ਨੂੰ ਬੁਲਾਇਆ ਸੀਗਾ, ਇਹ ਤਾਂ 8-10 ਬੰਦੇ ਹੋਰ ਆਪਣੇ ਨਾਲ ਲੈ ਆਇਆ ਹੈਗਾ ਆ। ਪਰ ਉਹ ਬਹੂ ਕਹਿਣ ਲੱਗੀ, ਕੋਈ ਗੱਲ ਨਹੀਂ ਪਿਤਾ ਜੀ, ਜਿੰਨੇ ਵੀ ਆ ਗਏ ਕੋਈ ਗੱਲ ਨਹੀਂ, ਭੋਜਨ ਘੱਟ ਨਹੀਂ ਪਏਗਾ, ਭੋਜਨ ਪੂਰਾ ਹੋ ਜਾਏਗਾ। ਪਰ ਘਰ ਦੇ ਬੰਦੇ ਥੋੜ੍ਹਾ ਘਬਰਾ ਰਹੇ ਸੀਗੇ ਕਿ ਭੋਜਨ ਥੋੜ੍ਹਾ ਪੈ ਜਾਣਾ ਹੈਗਾ ਆ। ਪਰ ਉਸ ਬਹੂ ਨੇ ਕਿਹਾ, ਉਸ ਬੇਟੀ ਨੇ ਕਿਹਾ, ਭੋਜਨ ਪਦਾਰਥ ਘੱਟ ਨਹੀਂ ਪਏਗਾ, ਜਿੰਨੇ ਹੋਰ ਆ ਜਾਣ ਉਹ ਵੀ ਛੱਕ ਕੇ ਚਲੇ ਜਾਣਗੇ, ਆਪ ਜੀ ਨਿਸ਼ਚਿੰਤ ਰਹੋ। ਉਹਨਾਂ ਦਾ ਆਪਣਾ ਪੂਜਾ ਪਾਠ ਖਤਮ ਹੋਇਆ ਅਤੇ ਭੋਜਨ ਵਾਸਤੇ ਬੈਠ ਗਏ। ਉਸ ਬਹੂ ਨੇ ਬਹੁਤ ਹੀ ਪ੍ਰੇਮ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਭੋਜਨ ਵਰਤਾਉਣਾ ਸ਼ੁਰੂ ਕਰ ਦਿੱਤਾ ਅਤੇ ਸਭ ਨੂੰ ਭੋਜਨ ਖਿਲਾਉਣ ਲੱਗ ਗਏ। ਉਹ ਵਾਹਿਗੁਰੂ ਦਾ ਸਤਿਨਾਮ ਦਾ ਜਾਪ ਕਰਦੀ ਰਹੀ, ਵਾਹਿਗੁਰੂ ਵਾਹਿਗੁਰੂ ਕਰਦੀ ਰਹੀ ਅਤੇ ਭੋਜਨ ਉਹਨਾਂ ਨੂੰ ਪਰੋਸਦੀ ਰਹੀ। ਪਰ ਭੋਜਨ ਇੰਨਾ ਬਰਕਤ ਪਈ ਕਿ ਸਾਰੇ ਪੰਡਤ ਵੀ ਖਾ ਗਏ ਅਤੇ ਜਿਹੜੇ ਘਰ ਦੇ ਮੈਂਬਰ ਸੀ ਉਹਨਾਂ ਨੇ ਵੀ ਖਾ ਲਿਆ। ਭੋਜਨ ਫਿਰ ਵੀ ਪਤੀਲਿਆਂ ਵਿੱਚ ਬਚਿਆ ਹੋਇਆ ਸੀਗਾ। ਪਰ ਉਹਨਾਂ ਦੇ ਘਰ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਸਾਡੀ ਜਿਹੜੀ ਘਰ ਆਈ ਹੋਈ ਬਹੂ ਹੈਗੀ ਆ, ਇਹ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਆ। ਉਹ ਸਾਰੇ ਬੜੇ ਹੈਰਾਨ ਹੋਏ ਕਿ ਸਾਰਿਆਂ ਨੇ ਹੀ ਭੋਜਨ ਪਦਾਰਥ ਖਾ ਲਏ ਹੈਗੇ ਆ, ਫਿਰ ਵੀ ਥੋੜ੍ਹਾ ਬਹੁਤ ਬਚ ਗਿਆ ਹੈਗਾ ਆ। ਇਹ ਜ਼ਰੂਰ ਹੀ ਕੋਈ ਚਮਤਕਾਰ ਹੈਗਾ ਆ, ਜਾਂ ਪੰਡਤ ਦਾ ਦਿੱਤਾ ਹੋਇਆ ਕੋਈ ਮੰਤਰ ਹੈਗਾ ਆ, ਜਿਹਦੇ ਨਾਲ ਇਹ ਭੋਜਨ ਜਿਹੜਾ ਹੈ ਇੰਨਾ ਸਵਾਦਿਸ਼ਟ ਬਣਿਆ ਅਤੇ ਪੂਰਾ ਵੀ ਹੋ ਗਿਆ। ਪਰ ਉਸ ਪੰਡਤ ਨੂੰ ਲੱਗਿਆ ਕਿ ਹੁਣ ਇੱਥੇ ਵੀ ਮੇਰੀ ਪੂਰੀ ਨਹੀਂ ਪਈ ਹੈਗੀ, ਇੱਥੇ ਵੀ ਇਹਨਾਂ ਦਾ ਖਾਣਾ ਘੱਟ ਨਹੀਂ ਪਿਆ ਹੈਗਾ, ਇਹਨਾਂ ਨੇ ਸਭ ਨੂੰ ਫਿਰ ਭੋਜਨ ਪਦਾਰਥ ਸਭ ਨੂੰ ਖਿਲਾ ਦਿੱਤੇ ਹੈਗੇ ਆ। ਪੰਡਤ ਆਪਣੀ ਹੋਰ ਕੋਈ ਜੁਗਤ ਲਗਾਉਣ ਲੱਗਿਆ ਕਿ ਸੋਚਣ ਲੱਗਿਆ ਕਿ ਕਿਸ ਤਰ੍ਹਾਂ ਕੀਤਾ ਜਾਏ ਤਾਂ ਕਿ ਮੈਂ ਇਹਨਾਂ ਦੇ ਘਰ ਫਿਰ ਜਾਂਦਾ ਰਹਾਂ, ਪੂਜਾ ਪਾਠ ਕਰਦਾ ਰਹਾਂ ਅਤੇ ਇਹਨਾਂ ਕੋਲ ਪੈਸੇ ਲੈਂਦਾ ਰਹਾਂ। ਪਰ ਹੁਣ ਮੇਰੀ ਇਹ ਦੁਕਾਨਦਾਰੀ ਜਿਹੜੀ ਸੀ ਇਹਨਾਂ ਦੇ ਘਰੋਂ ਨਹੀਂ ਹੋ ਰਹੀ ਹੈਗੀ। ਉਹ ਆਪਣੀ ਹੋਰ ਜੁਗਤ ਲੜਾਉਣ ਲੱਗ ਗਿਆ। ਉਸਨੇ ਘਰ ਦੇ ਬਜ਼ੁਰਗ ਨੂੰ ਬੁਲਾਇਆ ਅਤੇ ਕਹਿਣ ਲੱਗਾ ਕਿ ਜਜਮਾਨ, ਤੇਰੇ ਘਰ ਜਿਹੜੀ ਬਹੂ ਆਈ ਹੋਈ ਹੈ ਇਹ ਤੁਹਾਡੇ ਵਾਸਤੇ ਸ਼ੁਭ ਨਹੀਂ ਹੈਗੀ। ਹੁਣ ਜੇ ਤੁਸੀਂ ਇਹ ਹੋਰ ਘਰ 'ਚ ਰਹੇਗੀ ਅਤੇ ਤੁਹਾਡੇ ਘਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਇਸ ਵਾਸਤੇ ਇਹਨੂੰ ਘਰ ਤੋਂ ਅਲੱਗ ਕਰ ਦਿਓ, ਨਹੀਂ ਤਾਂ ਕੋਈ ਅਸ਼ੁਭ ਹੋ ਜਾਏਗਾ। ਇੰਨੀ ਗੱਲ ਸੁਣ ਕੇ ਉਹ ਘਰ ਆਇਆ। ਘਰ ਆ ਕੇ ਉਹਨੇ ਸਭ ਨਾਲ ਸਲਾਹ ਮਸ਼ਵਰਾ ਕੀਤਾ ਕਿ ਪੰਡਤ ਜੀ ਇਸ ਤਰ੍ਹਾਂ ਕਹਿ ਰਹੇ ਹੈਗੇ ਆ। ਬਹੂ ਨੇ ਕਿਹਾ, ਕੋਈ ਗੱਲ ਨਹੀਂ ਪਿਤਾ ਜੀ, ਅਗਰ ਤੁਹਾਨੂੰ ਪੰਡਤ ਜੀ ਨੇ ਐਵੇਂ ਕਿਹਾ ਆ ਅਤੇ ਇਹੀ ਗੱਲ ਠੀਕ ਹੈ, ਮੈਂ ਘਰੋਂ ਚਲੀ ਜਾਂਦੀ ਹਾਂ। ਪਰ ਉਹਦਾ ਪਤੀ ਕਹਿਣ ਲੱਗਿਆ, ਅਗਰ ਇਹ ਘਰੋਂ ਜਾਏਗੀ ਤਾਂ ਮੈਂ ਵੀ ਇਹਦੇ ਨਾਲ ਹੀ ਚਲਾ ਜਾਵਾਂਗਾ। ਉਹ ਦੋਨੋਂ ਹੀ ਘਰੋਂ ਚਲੇ ਗਏ। ਜਾ ਕੇ ਕਿਸੇ ਦੂਸਰੇ ਸ਼ਹਿਰ ਵਿੱਚ ਉਹਨਾਂ ਨੇ ਆਪਣਾ ਛੋਟਾ ਮੋਟਾ ਕੰਮ ਸ਼ੁਰੂ ਕਰ ਲਿਆ। ਕੰਮ ਉਹਨਾਂ ਦਾ ਚੱਲ ਪਿਆ। ਉਹਨਾਂ ਦਾ ਕੰਮ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਸੀਗਾ। ਉਹਨਾਂ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਾ ਰਹਿ ਗਈ। ਪਰ ਇੱਧਰ ਜਿੱਦਣ ਤੋਂ ਉਹ ਘਰੋਂ ਗਏ ਸੀਗੇ, ਇਹਨਾਂ ਦੇ ਘਰ ਉਸ ਦਿਨ ਤੋਂ ਫਿਰ ਉਹੀ ਕਲੇਸ਼ ਸ਼ੁਰੂ ਹੋ ਗਏ। ਕੰਮਕਾਰ ਘੱਟ ਹੋ ਗਿਆ। ਕਰਦੇ ਕਰਦੇ ਇੱਕ ਦਿਨ ਇਸ ਤਰ੍ਹਾਂ ਦਾ ਆ ਗਿਆ ਕਿ ਕੰਮ ਬਿਲਕੁਲ ਹੀ ਬੰਦ ਹੋ ਗਿਆ। ਤਦ ਇਹਨਾਂ ਦਾ ਬਜ਼ੁਰਗ ਬੰਦੇ ਉਹਨਾਂ ਦੇ ਕੋਲ ਗਏ, ਜਾ ਕੇ ਕਹਿਣ ਲੱਗੇ, ਸਾਡਾ ਸਾਰਾ ਹੀ ਕੰਮ ਬੰਦ ਹੋ ਗਿਆ ਆ, ਅਸੀਂ ਬਿਲਕੁਲ ਕੰਗਲੇ ਹੋ ਗਏ ਹਾਂ, ਸਾਡੇ ਕੋਲ ਕੁਛ ਨਹੀਂ ਬਚਿਆ ਹੈਗਾ, ਸਾਨੂੰ ਆਪਣੇ ਕੋਲ ਰੱਖ ਲਵੋ। ਤਦ ਉਸਨੇ ਕਿਹਾ, ਬਹੂ ਨੇ, ਕਿ ਪਿਤਾ ਜੀ ਆਪ ਸਾਰੇ ਹੀ ਸਾਡੇ ਕੋਲ ਆ ਕੇ ਰਹੋ, ਇੱਥੇ ਭਗਵਾਨ ਦੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਆਪ ਜੀ ਸਾਰੇ ਹੀ ਸਾਡੇ ਕੋਲ ਆ ਜਾਓ। ਇਸ ਤਰ੍ਹਾਂ ਪੂਰਾ ਪਰਿਵਾਰ ਸਾਰਾ ਹੀ ਉੱਥੇ ਜਾ ਕੇ ਰਹਿਣ ਲੱਗ ਗਿਆ। ਤਦ ਉਹਨੂੰ ਪੁੱਛਣ ਲੱਗੇ, ਪੁੱਤਰ ਸਾਨੂੰ ਦੱਸ, ਤੂੰ ਕਿਹੜਾ ਪਾਠ ਕਰਦੀ ਆ ਜਿਹਦੇ ਨਾਲ ਇੰਨੀ ਬਰਕਤ ਹੈਗੀ ਆ? ਜਦ ਤੂੰ ਉੱਥੇ ਸੀ ਤਦ ਵੀ ਬਹੁਤ ਬਰਕਤ ਸੀਗੀ, ਕੋਈ ਲੜਾਈ ਕਲੇਸ਼ ਝਗੜੇ ਨਹੀਂ ਸੀਗੇ। ਜਿੱਦਣ ਦੀ ਤੂੰ ਘਰੋਂ ਆਈ ਆ ਉਸ ਦਿਨ ਦਾ ਫਿਰ ਉਹੀ ਸਾਰਾ ਪਹਿਲੇ ਵਾਲਾ ਹਿਸਾਬ ਹੋ ਗਿਆ ਹੈਗਾ ਆ। ਤੂੰ ਦੱਸ, ਤੂੰ ਕਿਹੜਾ ਪਾਠ ਕਰਦੀ ਆ? ਤਦ ਉਹਨੇ ਦੱਸਿਆ, ਪਿਤਾ ਜੀ ਮੈਂ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਹਾਂ, ਔਰ ਸਵੇਰੇ ਸ਼ਾਮ ਜਦ ਵੀ ਮੈਨੂੰ ਵੇਲ ਮਿਲਦਾ ਆ ਮੈਂ ਪਾਠ ਕਰਦੀ ਰਹਿੰਦੀ ਹਾਂ।
ਸਵੇਰੇ ਮੈਂ ਨਿਤਨੇਮ ਤਾਂ ਮੇਰਾ ਹੁੰਦਾ ਹੀ ਹੈਗਾ ਆ। ਉਸ ਤੋਂ ਬਾਅਦ ਸਾਰਾ ਦਿਨ ਮੇਰੇ ਮੂੰਹ 'ਚ ਪਾਠ ਹੀ ਚੱਲਦਾ ਰਹਿੰਦਾ ਆ। ਇਹ ਮੈਂ ਬਹੁਤ ਛੋਟੀ ਸੀ ਜਦ ਤੋਂ ਕਰਦੀ ਹਾਂ। ਮੈਨੂੰ ਇਸ ਪਾਠ ਨੂੰ ਮਨਾ ਨਾ ਕਰਨਾ। ਉਹਨਾਂ ਨੇ ਕਿਹਾ, ਨਹੀਂ ਪੁੱਤਰ, ਅਸੀਂ ਤੈਨੂੰ ਕਿਉਂ ਮਨਾ ਕਰਾਂਗੇ। ਇਸ ਪਾਠ ਨਾਲ ਹੀ ਤੇਰੇ ਸਾਰੀਆਂ ਖੁਸ਼ੀਆਂ ਸਮਾਈਆਂ ਹੋਈਆਂ। ਤੁਸੀਂ ਇਹ ਪਾਠ ਕਰਦੇ ਰਹੋ। ਸਾਨੂੰ ਵੀ ਇਹ ਪਾਠ ਸਿਖਾ ਦਿਓ। ਅਸੀਂ ਵੀ ਇਹ ਪਾਠ ਕਰਾਂਗੇ ਤਾਂ ਕਿ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਖੁਸ਼ੀਆਂ ਲੈ ਸਕੀਏ। ਇਸ ਤਰ੍ਹਾਂ ਸਾਰਾ ਹੀ ਪਰਿਵਾਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜ ਗਿਆ ਅਤੇ ਪਹਿਲੇ ਦੀ ਤਰ੍ਹਾਂ ਹੀ ਖੁਸ਼ਹਾਲ ਹੋ ਗਿਆ। ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਹੁਤ ਹੀ ਤਾਕਤਵਰ ਹੈ। ਇਹਨੂੰ ਜੋ ਕੋਈ ਵੀ ਕਰਦਾ ਆ, ਮੂੰਹ ਮੰਗੀਆਂ ਮੁਰਾਦਾਂ ਪਾਉਂਦਾ ਆ। ਇਸ ਵਾਸਤੇ ਸਾਰੇ ਹੀ ਪਾਠ ਨਾਲ ਜੁੜੋ, ਬਾਣੀ ਨਾਲ ਜੁੜੋ ਅਤੇ ਆਪਣੇ ਘਰ ਖੁਸ਼ੀਆਂ ਲਓ। ਮੇਰਾ ਚੈਨਲ ਨਵਾਂ ਜੀ, ਇਹਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸਤਿਨਾਮ ਸ਼੍ਰੀ ਵਾਹਿਗੁਰੂ।